ਬਿਸਮਿਲ੍ਲਾਹ ਰਹਿਮਾਨ ਰਹੀਮ ਤੇ अस्सलाम वालेकुम। 24 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਬਲੂਚਿਸਤਾਨ ਤੋਂ ਹੈ ਔਰ ਇੱਕ ਹੋਰ ਅਫਸੋਸਨਾਕ ਖਬਰ ਹੈ। ਇਸ ਤੋਂ ਪਹਿਲੇ ਤੁਹਾਨੂੰ ਅਸੀਂ ਬਾਨੋ ਔਰ ਅਹਿਸਾਨ ਦੇ ਬਾਰੇ ਖਬਰ ਦੇ ਚੁੱਕੇ ਹਾਂ। ਹੁਣ ਜਿਹੜੀ ਖਬਰ ਹੈ ਉਹ ਇੱਕ ਹੋਰ ਗੈਰਤ ਦੇ ਨਾਂ ਤੇ ਦੋਹਰਾ ਕਤਲ ਹੋਇਆ ਔਰ ਇਹ ਵਾਕਿਆ ਕੋਇਟਾ ਦੇ ਕਮਰਾਨੀ ਰੋਡ ਤੇ ਹੋਇਆ। ਮੁਲਜ਼ਮ ਅਬਦੁਲ ਲਤੀਫ ਨੇ ਆਪਣੀ ਬੇਟੀ ਨਾਜ਼ਨੀਨ ਤੇ ਭਾਣਜੇ ਗੁਲਾਮ ਕਾਦਰ ਨੂੰ ਗੈਰਤ ਦੇ ਨਾਂ ਤੇ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਤੇ ਆਪ ਮੁਲਜ਼ਮ ਜਿਹੜਾ ਉਹ ਫਰਾਰ ਹੋ ਗਿਆ। ਗੈਰਤ ਵੀ ਨਾਲ ਹੀ ਲੈ ਕੇ ਫਰਾਰ ਹੋਏ ਨੇ ਜਨਾਬ ਅਬਦੁਲ ਲਤੀਫ ਸਾਹਿਬ। ਉਹਨਾਂ ਨੇ ਗੈਰਤ ਤੇ ਬੇਟੀ ਨੂੰ ਕਹਿੰਦੇ ਸਨ, ਉਹਨੂੰ ਮਾਰ ਦਿੱਤਾ ਤੇ ਆਪ ਫਰਾਰ ਹੋ ਗਏ ਨੇ। ਤੇ ਇਹ ਸਭ ਕੁਝ ਚੱਲ ਰਿਹਾ ਪਾਕਿਸਤਾਨ ਦੇ ਵਿੱਚ। ਇਸ ਤੋਂ ਪਹਿਲੇ ਤੁਸੀਂ ਬਾਨੋ ਔਰ ਅਹਿਸਾਨ ਦਾ ਵਾਕਿਆ ਤੇ ਸੁਣ ਹੀ ਲਿਆ ਤੇ ਹੁਣ ਬਾਨੋ ਦੀ ਵਾਲਦਾ ਦਾ ਵੀਡੀਓ ਪੈਗਾਮ ਸਾਹਮਣੇ ਆ ਗਿਆ ਤੇ ਉਹਨੇ ਕਿਹਾ ਕਿ ਅਸੀਂ ਗੈਰਤ ਦੇ ਨਾਂ ਤੇ ਇਸ ਬੇਟੀ ਨੂੰ ਕਤਲ ਕੀਤਾ ਕਿਉਂਕਿ ਇਹ ਅਹਿਸਾਨ ਦੇ ਨਾਲ ਫਰਾਰ ਹੋ ਗਈ ਸੀ। ਇਹਦੇ 5-6 ਬੱਚੇ ਨੇ। ਇਹ ਫਿਰ 25 ਦਿਨ ਬਾਅਦ ਵਾਪਸ ਆ ਗਈ ਔਰ ਜਿਹਦੇ ਨਾਲ ਫਰਾਰ ਹੋਈ ਸੀ ਉਹ ਸਾਨੂੰ ਧਮਕੀਆਂ ਦਿੰਦਾ ਸੀ ਤੇ ਅਸੀਂ ਇਸ ਲਈ ਕਤਲ ਕੀਤਾ। ਸਾਡਾ ਹੱਕ ਸੀ ਕਤਲ ਕਰਨਾ ਔਰ ਜਿੰਨੇ ਵੀ ਲੋਕ ਸਾਡੇ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ। ਇਹ ਉਹਨਾਂ ਦੀ ਵਾਲਦਾ ਦਾ ਬਲੋਚੀ ਜ਼ਬਾਨ ਦੇ ਵਿੱਚ ਇੱਕ ਮੈਸੇਜ ਹੈ ਜਿਹਦੀ ਟਰਾਂਸਲੇਸ਼ਨ ਬੜੇ ਸਾਰੇ ਦੋਸਤਾਂ ਨੇ ਕੀਤੀ ਹੈ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਮੁਲਕ ਸ਼ਾਮ ਦੀ ਹੈ। ਮੁਲਕ ਸ਼ਾਮ ਨੂੰ ਹੁਣ ਜਿਸ ਵੇਲੇ ਵੇਖਦੇ ਹਾਂ ਤੇ ਤਕਲੀਫ ਹੁੰਦੀ ਹੈ। ਇੱਕ ਹੋਰ ਇਸਲਾਮੀ ਮੁਲਕ ਜਿਹਦਾ ਹਸ਼ਰ ਉਹੀ ਕੀਤਾ ਜਾ ਰਿਹਾ ਜੋ ਇਸ ਤੋਂ ਪਹਿਲੇ ਲੀਬੀਆ ਦਾ ਔਰ ਇਰਾਕ ਦਾ ਔਰ ਹੋਰ ਬਹੁਤ ਸਾਰੇ ਇਸਲਾਮੀ ਮੁਲਕਾਂ ਦਾ ਕੀਤਾ ਜਾ ਚੁੱਕਿਆ। ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਸ਼ਾਮ ਦੇ ਵਿੱਚ ਪਹਿਲੇ ਖਾਨਾ ਜੰਗੀ ਚੱਲਦੀ ਰਹੀ, ਕਿੰਨੇ ਸਾਲ ਚੱਲਦੀ ਰਹੀ ਬਸ਼ਰ ਅਸਦ ਔਰ ਉਹਦੀ ਮੁਖਾਲਿਫ ਫੌਜਾਂ ਦੀ। ਔਰ ਉਹਦੇ ਵਿੱਚ ਇੱਕ ਪਾਸਿਓਂ ਅਮਰੀਕਾ ਬਹਾਦਰ ਸੀ, ਇਸਰਾਈਲ ਸੀ, ਦੂਸਰੇ ਪਾਸੇ ਰੂਸ ਸੀ। ਸਾਰਿਆਂ ਨੇ ਆਪਣਾ ਆਪਣਾ ਅਸਲਾ ਵੇਚਿਆ, ਆਪਣਾ ਆਪਣਾ ਜ਼ੋਰ ਲਾਇਆ ਤੇ ਮਰੀ ਕੌਣ ਵਿੱਚ? ਸ਼ਾਮੀ ਕੌਮ। ਸ਼ਾਮ ਦੀ ਇੱਟ ਨਾ ਇੱਟ ਵੱਜ ਗਈ, ਉੱਥੇ ਤਬਾਹੀ ਹੋ ਗਈ, ਉੱਥੋਂ ਦੀ ਇਕੋਨਮੀ ਤਬਾਹ ਹੋ ਗਈ, ਉੱਥੋਂ ਦੀ ਸਕਾਫਤ, ਮਾਸ਼ਰਤ ਸਭ ਕੁਝ ਤਬਾਹ ਹੋ ਗਿਆ। ਔਰ ਜਿਹੜਾ ਕੋਈ ਥੋੜ੍ਹਾ ਬਹੁਤ ਬਚਿਆ ਸੀ, ਕੰਮ ਚੱਲ ਰਿਹਾ ਸੀ, ਜਿਸ ਤਰ੍ਹਾਂ ਲੀਬੀਆ ਦੇ ਵਿੱਚ ਵੀ ਮਾਮਲਾ ਤੇ ਚੱਲ ਹੀ ਰਹੇ ਸਨ, ਉਹਨੂੰ ਵੀ ਆਖਰੀ ਜਿਹੜਾ ਵਾਰ ਕੀਤਾ ਗਿਆ ਉਹਦੇ 'ਚ ਹੁਣ ਤਬਾਹ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ। ਬਸ਼ਰ ਅਲ ਅਸਦ ਨੂੰ ਜ਼ਾਹਿਰ ਹੈ ਸ਼ਿਕਸਤ ਹੋ ਗਈ। ਬਸ਼ਰ ਅਲ ਅਸਦ ਮੁਲਕ ਦੇ ਵਿੱਚੋਂ ਚਲਾ ਗਿਆ, ਫਰਾਰ ਹੋ ਗਿਆ, ਜੋ ਵੀ ਕਹਿਣਾ। ਰੂਸ 'ਚ ਜਾ ਕੇ ਪਨਾਹ ਲੈ ਲਈ ਔਰ ਰੂਸ ਦੇ ਵਿੱਚ ਬਸ਼ਰ ਅਲ ਅਸਦ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਜ਼ਹਿਰ ਬਲਕਿ ਦੇ ਦਿੱਤੀ ਗਈ, ਉਹਦੀ ਤਬੀਅਤ ਖਰਾਬ ਹੋਈ। ਫਿਰ ਡਾਕਟਰਸ ਨੇ ਉਹਦਾ ਸਟਮਕ ਕਲੀਨ ਕੀਤਾ, ਉਹ ਬਚਿਆ। ਬਸ਼ਰ ਅਲ ਅਸਦ ਬਚ ਗਏ ਔਰ ਉਹਨਾਂ ਦੀ ਬੇਗਮ, ਉਹਨਾਂ ਦੇ ਬੱਚੇ ਉਹ ਹੁਣ ਇਸ ਵੇਲੇ ਮਾਸਕੋ ਦੇ ਵਿੱਚ ਪਨਾਹ ਲਈ ਬੈਠੇ ਨੇ ਰੂਸ ਦੇ ਵਿੱਚ। ਇਹ ਤਾਂ ਹੋ ਗਿਆ ਉਹਨਾਂ ਦੀ ਫੈਮਿਲੀ ਦਾ। ਉਸ ਤੋਂ ਪਹਿਲੇ ਬਸ਼ਰ ਅਲ ਅਸਦ ਦੇ ਜਿਹੜੇ ਵਾਲਿਦ ਸਨ ਉਹ ਵੀ ਇਸੇ ਤਰੀਕੇ ਨਾਲ ਇੱਕ ਡਿਕਟੇਟਰ ਰਹੇ ਨੇ। ਬਸ਼ਰ ਅਲ ਅਸਦ ਨੂੰ ਵੀ ਤੁਸੀਂ ਡਿਕਟੇਟਰ ਹੀ ਕਹੋਗੇ। ਬਹਰਹਾਲ ਬਸ਼ਰ ਅਲ ਅਸਦ ਜ਼ਹਿਰ ਦੇ ਜਿਹੜਾ ਹਮਲਾ ਸੀ ਉਹਦੇ 'ਚੋਂ ਵੀ ਬਚ ਗਿਆ ਔਰ ਉਸ ਤੋਂ ਪਹਿਲੇ ਬਸ਼ਰ ਅਲ ਅਸਦ ਸਾਹਿਬ ਜਿਹੜੇ ਨੇ ਉਹ ਇੱਥੋਂ ਵੀ ਨੱਸਣ 'ਚ ਕਾਮਯਾਬ ਹੋ ਗਏ ਔਰ ਬਚ ਗਏ। ਪਿਛਲੇ ਪਾਸੇ ਜਿਨ੍ਹਾਂ ਦੇ ਹੱਥੀਂ ਆਪਣਾ ਮੁਲਕ ਸ਼ਾਮ ਚੜ੍ਹਿਆ ਉਹਨਾਂ ਨੇ ਜ਼ਾਹਿਰ ਹੈ ਬਾਗ ਦੌੜ ਤੇ ਸੰਭਾਲੀ, ਲੇਕਿਨ ਉਹਦੇ ਨਾਲ ਹੀ ਮੁਲਕ ਸ਼ਾਮ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲੇ ਤੇ ਇਸਰਾਈਲ ਨੇ ਕੁਝ ਪਹਾੜੀਆਂ ਦੇ ਉੱਤੇ ਆਪਣੀ ਫੌਜ ਭੇਜ ਦਿੱਤੀ ਔਰ ਆਖਿਆ ਕਿ ਇਹ ਬੜੇ ਕਲੀਦੀ ਪਹਾੜ ਨੇ ਸਾਡੇ ਵਾਸਤੇ ਔਰ ਇਹਨਾਂ ਦਾ ਅਸੀਂ ਕੰਟਰੋਲ ਆਪਣੇ ਕੋਲ ਰੱਖਣਾ ਹੈ। ਮਤਲਬ ਕਿ ਸ਼ਾਮ ਦੇ ਵਿੱਚ ਬਸ਼ਰ ਅਲ ਅਸਦ ਦੀ ਹਕੂਮਤ ਡਿੱਗਣ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਸਾਨੂੰ ਨਜ਼ਰ ਆਇਆ ਉਹ ਇਸਰਾਈਲ ਨੂੰ ਹੁੰਦਾ ਹੋਇਆ ਨਜ਼ਰ ਆਇਆ। ਉਸ ਤੋਂ ਬਾਅਦ ਕੰਮ ਇੱਥੇ ਨਹੀਂ ਰੁਕਿਆ। ਉਸ ਤੋਂ ਬਾਅਦ ਇਸਰਾਈਲ ਨੇ ਖੁੱਲ੍ਹਾ ਫੌਜੀ ਹਮਲੇ ਵੀ ਕਰਨਾ ਸ਼ੁਰੂ ਕੀਤੇ ਸ਼ਾਮ ਦੇ ਵਿੱਚ। ਰੀਸੈਂਟਲੀ ਬਿਲਕੁਲ ਮੁਲਕ ਦੇ ਦਿਲ ਦੇ ਵਿੱਚ ਉਹਨਾਂ ਦੇ ਦਾਰੁਲ ਖਲਾਫਾ ਸਦਾਰਤੀ ਮਹਿਲ ਦੇ ਬਿਲਕੁਲ ਨਾਲ ਉਹਨਾਂ ਦੀ ਜਿਹੜੀ ਵਜ਼ਾਰਤ ਦਿਫਾ ਉਹਨੂੰ ਮਲੀਆ ਮੇਟ ਕਰ ਦਿੱਤਾ ਗਿਆ ਇਸਰਾਈਲ ਵੱਲੋਂ ਹਮਲਿਆਂ ਤੋਂ। ਦੂਸਰੇ ਲਫ਼ਜ਼ਾਂ 'ਚ ਤੁਸੀਂ ਇਹ ਕਹੋ ਕਿ ਹੁਣ ਉਹ ਵੀ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਗਜ਼ਾ ਹੈ। ਮਤਲਬ ਉਹ ਵੀ ਸ਼ਾਮ ਵੀ ਇਸ ਵੇਲੇ ਤੱਕ ਤੇ ਉਹ ਇੱਕ ਕਿਸਮ ਦਾ ਇਸਰਾਈਲ ਦੇ ਕਬਜ਼ੇ 'ਚ ਹੀ ਮੁਲਕ ਚਲਾ ਗਿਆ। ਹੁਣ ਅੱਜ ਤੁਰਕੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਅਗਰ ਸ਼ਾਮ ਨੂੰ ਤਕਸੀਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਕਿ ਜ਼ਾਹਿਰ ਹੈ ਕੀਤੀ ਜਾਏਗੀ, ਸ਼ਾਮ ਦੇ ਟੋਟੇ ਕੀਤੇ ਜਾਣਗੇ ਹੁਣ ਔਰ ਟੋਟੇ ਕਰਕੇ ਕੋਈ ਕਿਸੇ ਗਰੁੱਪ ਨੂੰ ਵੰਡ ਦਿੱਤਾ ਜਾਏਗਾ, ਕੋਈ ਕਿਸੇ ਨੂੰ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਜੋ ਲੀਬੀਆ ਦੇ ਨਾਲ ਹੋਇਆ ਉੱਥੇ ਖਾਨਾ ਜੰਗੀ ਹੀ ਚੱਲ ਰਹੀ ਔਰ ਮੈਨੂੰ ਜਿਹੜਾ ਖਦਸ਼ਾ ਹੈ ਅੱਗੋਂ ਵੀ ਖਾਨਾ ਜੰਗੀ ਹੀ ਚੱਲਣੀ ਹੈ ਕਿਉਂਕਿ ਉੱਥੇ ਜਿਹੜਾ ਵੀ ਜਿਸ ਤਰ੍ਹਾਂ ਦਾ ਵੀ ਸਿਸਟਮ ਸੈੱਟ ਸੀ ਉਹਨੂੰ ਤਬਾਹ ਕਰ ਦਿੱਤਾ। ਇਰਾਕ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਤੇ ਹੁਣ ਸ਼ਾਮ ਦੇ ਨਾਲ ਵੀ ਉਹੀ ਕੀਤਾ ਜਾਏਗਾ। ਬਹਰਹਾਲ ਹੁਣ ਤੁਰਕੀ ਨੇ ਐਲਾਨ ਕੀਤਾ ਅਗਰ ਸ਼ਾਮ ਦੇ ਹਿੱਸੇ ਵੱਖਰੇ ਕੀਤੇ ਗਏ, ਟੋਟੇ ਕੀਤੇ ਗਏ ਤੇ ਅਸੀਂ ਫੌਜੀ ਕਾਰਵਾਈ ਕਰਾਂਗੇ ਔਰ ਉਹਦੀ ਮੁਦਾਖਲਤ ਕਰਾਂਗੇ। ਜ਼ਾਹਿਰ ਹੈ ਹੁਣ ਜਿਸ ਵੇਲੇ ਤੁਰਕੀ ਵੀ ਵਿੱਚ ਮੁਦਾਖਲਤ ਕਰੇਗਾ, ਇਸਰਾਈਲ ਤੇ ਪਹਿਲੇ ਹੀ ਕਰ ਰਿਹਾ ਹੋਰ ਤੇ ਕਈ ਪਹਿਲੇ ਹੀ ਕਰ ਰਹੇ ਨੇ, ਤੇ ਫਿਰ ਕੀ ਮਾਮਲਾਤ ਠੀਕ ਰਹਿਣਗੇ? ਨਹੀਂ, ਮਾਮਲਾਤ ਹੋਰ ਖ਼ਰਾਬ ਹੋ ਜਾਣਗੇ। ਤੇ ਇਹ ਇੱਕ ਹੋਰ ਇਸਲਾਮੀ ਮੁਲਕ ਜਿਹੜਾ ਉਹਦੇ ਨਾਲ ਕੀ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈ। ਲੇਕਿਨ
ਸਾਡੇ ਜਿਹੜੇ ਲੋਕ ਨੇ, ਸਾਡੇ ਜਿਹੜੇ ਲੀਡਰਾਂ ਨੇ, ਨਾ ਉਹਨਾਂ ਨੂੰ ਅਕਲ ਆਉਣੀ ਹੈ ਅਤੇ ਨਾ ਉਹ ਅਕਲ ਲੈਣਾ ਚਾਹੁੰਦੇ ਨੇ। ਉਸੇ ਰਸਤੇ 'ਤੇ ਚੱਲ ਰਹੇ ਨੇ ਜਿਸ ਰਸਤੇ 'ਤੇ ਸਦਾਮ ਹੁਸੈਨ ਵੀ ਕਦੀ ਚੱਲਿਆ ਸੀ। ਸੋਚੋ, ਉਹ ਵੀ ਬੜਾ ਕਰੀਬ ਸੀ, ਉਹ ਵੀ ਡਿਕਟੇਟਰ ਸੀ, ਉਹਨੇ ਵੀ ਵੱਡੇ ਸਾਹਿਬ ਬਹਾਦਰ ਦੇ ਕਹਿਣ ਦੇ ਉੱਤੇ ਕੁਵੈਤ 'ਤੇ ਜਾ ਹਮਲਾ ਕੀਤਾ ਸੀ। ਇਹੀ ਹਾਲ ਕਰਨਲ ਗਦਾਫੀ ਦਾ ਸੀ। ਜਿਸ ਵੇਲੇ ਉਹਨੂੰ ਸੁਲ੍ਹਾ ਨਹੀਂ ਸੀ ਕਰਨੀ ਚਾਹੀਦੀ, ਉਸ ਵੇਲੇ ਉਹਦੇ ਪੁੱਤਰ ਨੇ ਸੁਲ੍ਹਾ ਕੀਤੀ। ਉਸ ਤੋਂ ਬਾਅਦ ਕਰਨਲ ਗਦਾਫੀ ਦੇ ਨਾਲ ਕੀ ਹੋਇਆ, ਹੁਣ ਉਹਦਾ ਪੁੱਤਰ ਮੇਰਾ ਖਿਆਲ ਸੋਚਦਾ ਫਿਰਦਾ ਹੋਏਗਾ। ਸਦਾਮ ਹੁਸੈਨ ਦੇ ਪੁੱਤਰਾਂ ਨੂੰ ਤਾਂ ਜ਼ਿੰਦਾ ਹੀ ਨਹੀਂ ਸੀ ਛੱਡਿਆ ਗਿਆ, ਇਸ ਲਈ ਉਹਦੇ ਕੋਲ ਤਾਂ ਸੋਚਣ ਦਾ ਵੀ ਵੇਲਾ ਨਹੀਂ ਰਿਹਾ। ਆਖਿਆ ਗਿਆ ਸੀ ਕਿ ਉੱਥੇ ਐਸੇ ਹਥਿਆਰ ਮੌਜੂਦ ਨੇ ਇਰਾਕ ਦੇ ਵਿੱਚ ਜਿਹੜੇ ਪੂਰੀ ਦੁਨੀਆ ਨੂੰ ਤਬਾਹ ਕਰ ਸਕਦੇ ਨੇ, ਲੇਕਿਨ ਬਾਅਦ ਦੇ ਵਿੱਚ ਹਮਲਾ ਕਰਨ ਤੋਂ ਬਾਅਦ 10 ਲੱਖ ਤੋਂ ਬਹੁਤੇ ਬੰਦੇ ਮਾਰ ਦੇਣ ਤੋਂ ਬਾਅਦ ਉੱਥੇ ਕਦੀ ਵੀ ਕੋਈ ਐਸਾ ਹਥਿਆਰ ਜਿਹੜਾ ਉਹ ਨਹੀਂ ਨਿਕਲਿਆ। ਹੁਣ ਉਹਦੇ ਉੱਤੇ ਟੋਨੀ ਬਲੇਅਰ ਸਾਹਿਬ ਹੋਣ ਜਾਂ ਦੂਜੇ ਹੋਣ, ਉਹ ਮਾਫੀਆਂ ਮੰਗਦੇ ਨੇ, ਲੇਕਿਨ ਉਸ ਮਾਫੀ ਦਾ ਕੀ ਫਾਇਦਾ ਜਿਹਦੇ ਨਾਲ ਇੱਕ ਪੂਰੇ ਦਾ ਪੂਰਾ ਖਿੱਤਾ, ਮੁਲਕ ਨਹੀਂ ਬਲਕਿ ਪੂਰਾ ਖਿੱਤਾ ਉਜਾੜ ਦਿੱਤਾ ਔਰ ਲੱਖਾਂ ਲੋਕ ਉੱਥੇ ਕਤਲੋ ਗਾਰਤ ਹੋਈ ਔਰ ਲੋਕਾਂ ਦੀਆਂ ਬਸਤੀਆਂ, ਸ਼ਹਿਰਾਂ ਦੇ ਸ਼ਹਿਰ ਜਿਹੜੇ ਉਜੜ ਗਏ। ਇਹੀ ਸੂਰਤ ਹਾਲ ਹੁਣ ਮੁਲਕ ਸ਼ਾਮ ਦੀ ਹੁੰਦੀ ਹੋਈ ਸਾਨੂੰ ਨਜ਼ਰ ਆ ਰਹੀ ਹੈ। ਦੁਆ ਕਰਨਾ ਮੁਲਕ ਸ਼ਾਮ ਦੇ ਲੋਕਾਂ ਵਾਸਤੇ ਕਿ ਉਹਨਾਂ ਲਈ ਚੀਜ਼ਾਂ ਬਿਹਤਰ ਹੋਣ। ਅੱਛਾ ਜੀ, ਹਬੀਬ ਅਕਰਮ ਸਾਹਿਬ ਨੇ ਇੱਕ ਤਜਜ਼ੀਆ ਕੀਤਾ। ਤਜਜ਼ੀਆ ਬਿਲਕੁਲ ਠੀਕ ਹੈ ਉਹਨਾਂ ਦਾ। ਤਜਜ਼ੀਆ ਉਹਨਾਂ ਨੇ ਕੀਤਾ ਹੈ ਕਿ ਸਹਾਫੀਆਂ ਨੂੰ ਖਾਮੋਸ਼ ਕਰਾਉਣ ਵਾਸਤੇ ਯਤਨ ਕੀਤੇ ਗਏ, ਪੀਕਾ ਐਕਟ ਮਨਜ਼ੂਰ ਕਰਵਾਏ ਗਏ, ਅਦਾਲਤਾਂ 'ਤੇ ਕਬਜ਼ਾ ਕੀਤਾ ਗਿਆ, ਸਖਤੀਆਂ ਕੀਤੀਆਂ ਗਈਆਂ, ਸਭ ਕੁਝ ਹੋਇਆ, ਲੇਕਿਨ ਫਿਰ ਇੱਕ ਆਮ ਆਦਮੀ ਸਾਜਿਦ ਨਵਾਜ਼ ਨੇ ਸਿਰਫ 4-5 ਲਫ਼ਜ਼ ਕਹੇ ਜਾਂ 10 ਕਹਿ ਲਓ। ਇੱਕ ਛੋਟੀ ਜਿਹੀ ਵੀਡੀਓ ਯਾਦ ਹੋਏਗਾ, ਪਾਣੀ ਦੇ ਵਿੱਚ ਮੋਟਰਸਾਈਕਲ ਡੁੱਬਾ ਸੀ ਅੱਧਾ, ਅਤੇ ਸਾਜਿਦ ਨਵਾਜ਼ ਸਾਹਿਬ ਨੇ ਪਹਿਲਾਂ ਤਾਂ ਬਾਜੀ ਦੇ ਬਾਰੇ ਕੁਝ ਆਖਿਆ ਸੀ, ਸਖਤ ਲਫ਼ਜ਼ ਸੀ ਉਹ ਆਖਿਆ ਸੀ। ਉਸ ਤੋਂ ਬਾਅਦ ਫੀਲਡ ਮਾਰਸ਼ਲ ਸਾਹਿਬ ਦੇ, ਅਤੇ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ 'ਤੇ ਅੱਗ ਲੱਗੀ ਔਰ ਉਸ ਤੋਂ ਬਾਅਦ ਸਾਜਿਦ ਨਵਾਜ਼ ਸਾਹਿਬ ਨੂੰ ਚੁੱਕ ਲਿਆ ਗਿਆ। ਚੁੱਕ ਕੇ ਉਹ ਪੰਜਾਬੀ ਦੀ ਮਿਸਾਲ ਹੈ ਨਾ ਕਿ ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਉਹ ਚੁੱਕਣ ਵਾਲਾ ਕੰਮ ਹੋਰ ਖ਼ਰਾਬ ਸੀ। ਫਿਰ ਸਾਜਿਦ ਨਵਾਜ਼ ਸਾਹਿਬ ਦੇ ਕੋਲੋਂ ਇੱਕ ਮਾਫੀ ਦੀ ਵੀਡੀਓ ਜਾਰੀ ਕਰਵਾਈ ਗਈ। ਫਿਰ ਖੈਰ ਸੋਸ਼ਲ ਮੀਡੀਆ ਨੇ ਹੋਰ ਤਬਾਹੀ ਕੀਤੀ, ਲੋਕਾਂ ਨੇ ਨਵਾਂ ਕੰਮ ਫੜ ਲਿਆ। ਉਹਨਾਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਕਿ ਭੈੜੇ ਲਫ਼ਜ਼ ਕੱਢ ਦਿੱਤੇ ਅਤੇ ਚੰਗੇ ਲਫ਼ਜ਼ਾਂ ਦੇ ਨਾਲ ਉਹਨਾਂ ਨੇ ਟੌਂਟ ਕਰਕੇ ਉਹੀ ਗੱਲ ਕਨਵੇ ਕਰਨਾ ਸ਼ੁਰੂ ਕੀਤੀ। ਉਹਨਾਂ ਆਖਿਆ ਕਿ ਸਭ ਦੀ ਚੰਗੀ ਮਾਂ ਪੰਜਾਬ 'ਚ ਆ ਗਈ ਹੈ ਔਰ ਲੈ ਕੇ ਆਏ ਨੇ ਜਨਾਬ ਮੁਹਤਰਮ ਸਿਪਾਹ ਸਲਾਰ ਸਾਹਿਬ, ਅਤੇ ਇਸ ਲਈ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਹਾਂ। ਹੁਣ ਇਸ ਗੱਲ 'ਤੇ ਕਿਸੇ ਨੂੰ ਚੁੱਕਿਆ ਵੀ ਨਹੀਂ ਜਾ ਸਕਦਾ, ਪਰ ਸਾਰਿਆਂ ਨੂੰ ਪਤਾ ਹੈ ਵੀ ਕਹਿਣ ਕੀ ਰਹੇ ਨੇ। ਬਹਰਹਾਲ ਹਬੀਬ ਅਕਰਮ ਸਾਹਿਬ ਨੇ ਤਜਜ਼ੀਆ ਕੀਤਾ ਹੈ ਕਿ ਇਹ ਜੋ ਇਸਲਾਮਾਬਾਦ ਦੇ ਵਿੱਚ 2 ਮੁਜੱਸਮੇ, ਉਹ ਜਿਹੜੇ ਤੁਹਾਨੂੰ ਪਤਾ ਚੁੱਕੇ ਹੋਏ ਸਨ, ਇੰਜ ਕਰਕੇ ਉੱਤੇ ਕਰਕੇ, ਮੇਰੇ ਕੋਲੋਂ ਹੱਥ ਹੁਣ ਸਿਰ ਤੋਂ ਉੱਤੇ ਨਹੀਂ ਹੋਣੇ, ਉਹਨਾਂ ਨੇ ਤਾਂ ਬਿਲਕੁਲ ਹੀ ਚੁੱਕ ਦਿੱਤੇ ਸਨ ਨਾ, ਸਿਰ ਤੋਂ ਵੀ ਉੱਤੇ ਚੁੱਕ ਦਿੱਤੇ ਸਨ। ਇਹ ਮੇਰੀ ਸਮਝ ਤੋਂ ਬਾਹਰ ਹੈ। ਸਿਰ ਤੋਂ ਉੱਤੇ ਰੱਖਣ ਦਾ ਕੀ ਮਤਲਬ ਹੈ? ਇਹ ਤਾਂ ਅਸੀਂ ਸੁਣਿਆ ਸੀ ਵੀ ਕੋਈ ਅਗਰ ਸੱਟ ਲੱਗੇ ਅਤੇ ਜਿਹੜਾ ਪੈਰ ਸ਼ਹਿਰ ਹੈ, ਡਾਕਟਰ ਦੱਸਦੇ ਨੇ ਕਈ ਵਾਰੀ ਵੀ ਸਿਰ ਤੋਂ ਉੱਤੇ ਕਰ ਲਓ, ਮਤਲਬ ਲੰਮੇ ਪੈ ਕੇ ਉਹਨੂੰ ਚੁੱਕ ਦਿਓ, ਉਹਨੂੰ ਆਪਣੇ ਸਿਰ ਤੋਂ ਉੱਤੇ ਲੈ ਜਾਓ, ਅਤੇ ਉਹ ਲੱਤ ਚੁੱਕਣ ਦਾ ਸਿਰ ਤੋਂ ਉੱਤੇ ਤਾਂ ਮੈਨੂੰ ਸਮਝ ਆਉਂਦੀ ਹੈ। ਇਹ ਜਿਹੜੇ ਬਾਲ ਸਨ, ਗੇਂਦਾਂ, ਇਹ ਜਿਹੜੇ ਸਨ, ਇਹਨਾਂ ਨੂੰ ਸਿਰ ਤੋਂ ਉੱਤੇ ਰੱਖਣ ਦਾ ਮੇਰੀ ਸਮਝ ਤੋਂ ਬਾਹਰ ਹੈ। ਇਹ ਪਤਾ ਨਹੀਂ ਕੋਈ ਇਹ ਦੱਸਣਾ ਚਾਹ ਰਹੇ ਸਨ ਕਿ ਜਨਾਬ ਅਸੀਂ ਤਾਂ ਇੰਨੀ ਤਾਜ਼ੀਮ ਕਰਦੇ ਹਾਂ ਜਨਾਬ ਦੀ, ਅਸੀਂ ਤਾਂ ਚੌਧਰੀ ਸਾਹਿਬ ਦਾ ਐਡਾ ਹੁਕਮ ਮੰਨਦੇ ਹਾਂ, ਐਡਾ ਅਸੀਂ ਮੋਤਰਫ ਹੈ ਚੌਧਰੀ ਸਾਹਿਬ ਦੇ ਕਿ ਅਸੀਂ ਤਾਂ ਜਨਾਬ ਥੱਲੇ ਬੈਠੇ ਰਹੇ ਨੇ ਗੇਂਦਾਂ ਦੇ, ਅਸੀਂ ਤਾਂ ਸਿਰ ਵੀ ਨਹੀਂ ਚੁੱਕਦੇ, ਅਸੀਂ ਸਿਰ ਤੋਂ ਵੀ ਉੱਤੇ ਰੱਖਦੇ ਗੇਂਦਾਂ ਨੂੰ। ਹੋ ਸਕਦਾ ਫਿਰ ਉੱਤੇ ਰੱਖ ਕੇ ਕੋਈ ਤਾਕਤ ਵੀ ਗੇਂਦਾਂ ਦੇ ਵਿੱਚ ਜਿਹੜੀ ਕਸ਼ੇ ਸ਼ਕਲ ਹੁੰਦੀ ਹੈ ਨਾ, ਮੇਰਾ ਖਿਆਲ ਨੂੰ ਕਸ਼ੇ ਸ਼ਕਲ ਹੀ ਕਹਿੰਦੇ ਨੇ, ਗ੍ਰੈਵਿਟੀ ਜਿਹੜਾ ਜ਼ਮੀਨ ਦੇ ਨਾਲ ਹੁੰਦੀ ਹੈ, ਉਹ ਫਿਰ ਜਿੰਨਾ ਜ਼ਮੀਨ ਤੋਂ ਬਾਲ ਨੂੰ ਉੱਤੇ ਚੁੱਕੋਗੇ ਉਨਾ ਹੀ ਗ੍ਰੈਵਿਟੀ ਦਾ ਉਹਦੇ ਉੱਤੇ ਮੇਰਾ ਖਿਆਲ ਹੈ ਕਿ ਅਸਰ ਹੋਏਗਾ, ਜਾਂ ਗ੍ਰੈਵਿਟੀ ਦੇ ਨਾਲ ਉਹਦਾ ਤਾਣਾ ਬਾਨਾ ਹੋਏਗਾ। ਹੋ ਸਕਦਾ ਕੋਈ ਗ੍ਰੈਵਿਟੀ ਦੇ ਅਸੂਲ ਹੋਣ, ਮੈਨੂੰ ਤਾਂ ਮੈਂ ਫਿਜ਼ਿਕਸ ਨੂੰ ਐਡਾ ਨਹੀਂ ਜਾਣਦਾ, ਯਕੀਨ ਕਰੋ, ਨਾ ਮੈਂ ਐਡਾ ਕਾਬਲ ਹੈ ਉਹਦੇ ਵਿੱਚ, ਇਸ ਲਈ ਮੈਨੂੰ ਨਹੀਂ ਪਤਾ, ਲੇਕਿਨ ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ। ਕੱਲ੍ਹ ਪਰਸੋਂ ਲਾਹੌਰ ਚੈਂਬਰ ਦੇ ਔਰ ਲਾਹੌਰ ਦੇ ਵਿੱਚ ਜਿਹੜੇ ਆਪਣਾ ਰਿਪਰੈਜ਼ੈਂਟੇਟਿਵ ਸਨ ਬਿਜ਼ਨਸ ਵਾਲਿਆਂ ਦੇ, ਉਹਨਾਂ ਨੇ ਵੀ ਕੰਮ ਚੁੱਕ ਕੇ ਰੱਖਿਆ ਸੀ। ਉਹ ਤਾਂ ਬਾਲਸ ਨੂੰ ਬਿਲਕੁਲ ਉਹਨਾਂ ਨੇ ਤਾਂ ਸਿਰ ਛੱਡ ਕੇ ਉਹਨਾਂ ਨੇ ਤਾਂ ਬਿਲਕੁਲ ਹੀ ਉੱਤੇ ਚੁੱਕ ਦਿੱਤਾ ਸੀ ਕੰਮ। ਅਤੇ ਇਹ ਜਿਹੜਾ ਇੰਨਾ ਉੱਤੇ ਚੁੱਕ ਰਹੇ ਨੇ ਅੱਜ ਕੱਲ੍ਹ, ਯਾਰ ਖੁਦਾ ਦਾ ਨਾਂ ਕਿਤੇ ਉੱਤੇ ਹੀ ਨਾ ਪਹੁੰਚਾ ਦਿਓ, ਇੰਨਾ ਨਾ ਚੁੱਕੋ। ਮੇਰਾ ਮਤਲਬ ਹੈ ਕਿ ਬਾਲ ਬਹੁਤੀ ਚੁੱਕਦੀ ਹੈ ਅਤੇ ਗੁੰਮ ਹੋ ਜਾਂਦੀ ਹੈ। ਬਾਲ ਗੁੰਮ ਹੋ ਜਾਏ ਤਾਂ ਖੇਡਣਾ ਕਾਹਦੇ ਨਾਲ? ਉਸ ਤੋਂ ਬਾਅਦ ਅਗਰ ਕ੍ਰਿਕਟ ਖੇਡ ਰਹੇ ਹੋ, ਗੋਲਫ ਖੇਡ ਰਹੇ ਹੋ ਔਰ ਤੁਸੀਂ ਗੇਂਦ ਹੀ ਗਵਾਤੀ ਹੈ, ਅਗਰ ਇਹ ਗੇਂਦਾਂ ਗੁੰਮ ਹੋ ਗਈਆਂ ਭਾਈ ਜੀ, ਅਤੇ ਫਿਰ ਬਾਕੀ ਤਾਂ ਫਿਰ ਖੇਡ ਦਾ ਸਵਾਦ ਹੀ ਖਤਮ ਹੋ ਗਿਆ ਸਾਰੇ ਦਾ ਸਾਰਾ। ਅਗਰ ਇਹ ਤੁਸੀਂ ਉਹ ਜਿਹੜਾ ਮੁਜੱਸਮਾ ਤੋੜਿਆ ਹੈ, ਉੱਥੇ ਮੈਨੂੰ ਉਮੀਦ ਹੈ ਕਿ ਤੁਸੀਂ ਗੇਂਦਾਂ ਨਹੀਂ ਤੋੜੀਆਂ ਹੋਣਗੀਆਂ। ਉਹ ਮੈਨੂੰ ਇਹੀ ਪਤਾ ਲੱਗਾ ਕਿ ਉਹ ਜਿਹੜੇ ਮੁਜੱਸਮੇ ਤੋੜੇ ਗਏ ਨੇ ਰਾਤੋਂ ਰਾਤ, ਉਹ ਹੱਥ ਸ਼ੱਤ ਬਾਜ਼ੂ ਸ਼ਾਜ਼ੂ ਤੋੜ ਦਿੱਤੇ ਗਏ ਨੇ, ਗੇਂਦਾਂ ਉੱਥੇ ਚੁੱਕ ਕੇ ਲੈ ਗਏ ਨੇ, ਗੇਂਦਾਂ ਦੀ ਹਿਫਾਜ਼ਤ ਕੀਤੀ ਗਈ ਹੈ। ਕਿਉਂਕਿ ਅਗਰ ਤੁਸੀਂ ਗੇਂਦਾਂ ਹੀ ਤੋੜ ਦਿੱਤੀਆਂ ਅਤੇ ਫਿਰ ਮੈਨੂੰ ਦੱਸੋ ਵੀ ਕਾਹਦੇ ਨਾਲ ਖੇਡੋਗੇ? ਫਿਰ ਖੇਡ ਹੀ ਖਤਮ ਹੋ ਗਈ ਨਾ, ਫਿਰ ਤਾਂ ਸਾਰਾ ਗੁਲਸ਼ਨ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਖਤਮ ਹੋ ਗਿਆ। ਬਹਰਹਾਲ ਹਬੀਬ ਅਕਰਮ ਸਾਹਿਬ ਨੇ ਕਿਹਾ ਕਿ ਉਹ ਜਿਹੜੇ ਮੁਜੱਸਮੇ ਲਾਉਣ ਵਾਲੀ ਗੱਲ ਸੀ ਉਹ ਵੀ ਬਦਜ਼ੌਕੀ ਸੀ, ਉਹਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਸ ਤੋਂ ਵੱਡੀ ਬੇਵਕੂਫੀ ਸੀ।
ਤੇ ਔਰ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਛਪਣ ਵਾਲੇ ਇਸ਼ਤਿਹਾਰ ਨੇ ਜਿਹੜੇ ਖਬਰਾਂ 'ਚ, ਉਹ ਵੀ ਬੇਵਕੂਫੀ ਨੇ। ਉਹਨਾਂ ਨੇ ਕਿਹਾ ਜਿੰਨੀਆਂ ਵੀ ਕਾਵਿਸ਼ਾਂ ਕੀਤੀਆਂ ਨੇ, ਇੱਕ ਆਮ ਆਦਮੀ ਦੇ ਚੰਦ ਅਲਫਾਜ਼ ਨੇ ਉਹ ਹਰ ਸ਼ੈ ਧੋ ਕੇ ਰੱਖ ਦਿੱਤੀ ਔਰ ਆਵਾਮ ਨੂੰ ਹਰ ਸ਼ੈ ਕਲੀਅਰ ਹੋ ਗਈ। ਇੱਕ ਜਿਹੜਾ ਲੋਕਾਂ ਨੂੰ ਥੋੜ੍ਹਾ ਜਿਹਾ ਭੁਲੇਖਾ ਵੀ ਪਿਆ ਸੀ ਕਿ ਜਿਹੜਾ ਇੰਡੀਆ ਦੇ ਨਾਲ ਇੱਕ ਚਪਕਲਿਸ਼ ਹੋਈ ਸੀ, ਉਹਦੇ ਵਿੱਚ ਸ਼ਾਇਦ ਆਵਾਮ ਨੇ ਸਾਰੀਆਂ ਗੱਲਾਂ ਮਾਫ ਕਰ ਦਿੱਤੀਆਂ ਨੇ ਤੇ ਆਵਾਮ ਕਹਿੰਦੇ ਨੇ ਵੀ ਚਲੋ ਚੰਦਰਾ ਹੀ ਸਹੀ ਪਰ ਸਾਡਾ ਮਾਈਆ ਤੇ ਹੈ, ਤੇ ਆਵਾਮ ਨੇ ਮੱਥਾ ਤੇ ਜਿਹੜਾ ਸਿਰ ਚੁੰਮਿਆ। ਪਰ ਉਹਨਾਂ ਨੂੰ ਇਹ ਨਹੀਂ ਸਮਝ ਵੀ ਇਹ ਆਵਾਮ ਜਿਹੜੀ ਮੱਥਾ ਤੇ ਸਿਰ ਚੁੰਮੇਗੀ ਜਦੋਂ ਜਦੋਂ ਇੰਡੀਆ ਦੇ ਨਾਲ ਟਾਕਰਾ ਹੋਏਗਾ। ਪਰ ਜਿਹੜੇ ਘਰ ਦੇ ਵਿੱਚ ਰੌਲੇ ਕੀਤੇ ਨੇ, ਜਿਹੜੇ ਘਰ ਦੇ ਵਿੱਚ ਲੋਕਾਂ ਨੂੰ ਫੱਟਰ ਕੀਤਾ ਹੈ ਔਰ ਲੋਕਾਂ ਦੀਆਂ ਤਬਾਹੀਆਂ ਕੀਤੀਆਂ ਨੇ, ਉੱਥੇ ਤੇ ਮਾਫੀ ਕੋਈ ਨਹੀਂ। ਤੇ ਇਹ ਸਾਜਦ ਨਵਾਜ਼ ਸਾਹਿਬ ਦੇ 8-10 ਲਫ਼ਜ਼ਾਂ ਨੇ, ਉਹ ਜਿਹੜਾ ਲੋਕਾਂ ਨੂੰ ਇੱਕ ਗਲਤ ਫਹਿਮੀ ਹੋ ਗਈ ਸੀ ਨਾ ਕਿ ਜੀ ਗੱਲ ਹੀ ਬਦਲ ਗਈ ਹੈ, ਸਾਰੀ ਗੇਮ ਬਦਲ ਗਈ, ਗੇਮ ਪਲਟ ਗਈ ਇਸ ਇੰਡੀਆ ਦੀ ਝੜਪ ਤੋਂ ਬਾਅਦ, ਉਹ ਇੱਕ ਸਾਜਦ ਨਵਾਜ਼ ਸਾਹਿਬ ਦੇ ਮਜ਼ਾਇਲ ਨੇ ਜਾਂ ਝੜਪ ਨੇ ਹਰ ਸ਼ੈ ਪੱਧਰ ਕਰ ਦਿੱਤੀ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲਦੇ ਹਾਂ। ਅਗਲੀ ਖਬਰ ਜ਼ਰਾ ਇਹ ਸਾਡੇ ਸਹਾਫੀਆਂ ਦੀ ਹੈ, ਜਿਹੜੇ ਕੁਝ ਸੋ ਕਾਲਡ ਸਹਾਫੀ ਨੇ ਤੇ ਕੁਝ ਸਹਾਫੀ ਨੇ। ਇਹ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਸੀ ਤੇ ਸਟੋਰਾਂ ਦੇ ਅੰਦਰ ਜਾਂਦੇ ਸਨ, ਦੁਕਾਨਾਂ ਦੇ ਅੰਦਰ, ਯੂਟਿਲਿਟੀ ਸਟੋਰਾਂ ਦੇ ਅੰਦਰ, ਤੇ ਜਾ ਕੇ ਉੱਥੇ ਮਾਈਕ ਫੜ ਕੇ ਆਉਂਦੇ ਸਨ ਵੀ ਇਹ ਜਿਹੜੀ 68 ਰੁਪਏ ਦੀ 68 ਰੁਪੀਜ਼ ਦੀ ਜਿਹੜੀ ਚੀਨੀ ਹੈ, ਵੇਖੋ ਕਿੱਡੀ ਮਹਿੰਗੀ, ਕਿੱਡਾ ਜ਼ੁਲਮ ਹੋ ਗਿਆ, ਆਵਾਮ ਨੂੰ ਮਾਰ ਛੱਡਿਆ ਵਾ ਇਮਰਾਨ ਖਾਨ ਨੇ। ਕੋਈ ਆਵਾਮ ਦੇ ਉੱਤੇ ਇਮਰਾਨ ਖਾਨ ਨੂੰ ਕਿਸੇ ਕਿਸਮ ਦਾ ਤਰਸ ਨਹੀਂ ਹੈਗਾ ਔਰ ਇਮਰਾਨ ਖਾਨ ਦੀਆਂ ਬੁਰਾਈਆਂ ਕੀਤੀਆਂ ਜਾਂਦੀਆਂ ਸਨ। ਇਹ ਤੁਹਾਨੂੰ ਵੀਡੀਓ ਵਿਖਾਣੇ, ਇਹ ਜ਼ਰਾ ਸੁਣਨਾ। ਗਰੀਦਾ ਫਰੂਕੀ ਸਾਹਿਬਾ ਨੇ 68 ਰੁਪੀਜ਼ ਤੇ ਚੀਨੀ ਸੀ ਤੇ ਕਿਹੋ ਜਿਹੇ ਪ੍ਰੋਗਰਾਮ ਕਰਦੇ ਸਨ। ਹੁਣ ਇਸ ਵੇਲੇ ਚੀਨੀ 205 ਰੁਪਏ ਦੀ। ਇਹ ਤਮਾਮ ਜਿਹੜੇ ਨੇ ਕੌਮੇ 'ਚ ਨੇ, ਸਹਾਫਤੀ ਕੌਮੇ 'ਚ ਨੇ, ਇਹਨਾਂ ਦੇ ਵਿੱਚੋਂ ਕਿਸੇ ਬੰਦੇ ਨੂੰ ਨਾ ਸ਼ਰਮ ਹੈ ਨਾ ਹਯਾ ਹੈ, ਨਾ ਇਹ ਪ੍ਰੋਗਰਾਮ ਕਰ ਸਕਦੇ ਨੇ ਨਾ ਗੱਲ ਕਰ ਸਕਦੇ ਨੇ। ਇਹ ਹੁਣ ਮੈਨੂੰ ਨਹੀਂ ਪਤਾ ਕਿ ਇਹ ਡਰਦੇ ਨੇ, ਚੌਧਰੀ ਸਾਹਿਬ ਕੋ ਡਰਦੇ ਨੇ ਜਾਂ ਫਿਰ ਮਸਰੂਫ ਹੋਣਗੇ। ਵੇਖੋ ਮਾਈਕ ਫੜਨ ਵਾਸਤੇ ਵੀ ਤਾਂ ਤੁਹਾਨੂੰ ਹੱਥ ਚਾਹੀਦਾ ਨਾ, ਮਾਈਕ ਫੜਨ ਵਾਸਤੇ ਹੱਥ ਚਾਹੀਦਾ ਨਾ। ਮਾਈਕ ਹੁਣ ਮੂੰਹ ਦੇ ਵਿੱਚ ਤਾਂ ਨਹੀਂ ਫੜ ਕੇ ਚਲਾ ਜਾਣਾ ਮਾਈਕ ਜਿਹੜਾ, ਜਾਂ ਮੇਰਾ ਮਤਲਬ ਸਿਰ ਦੇ ਉੱਤੇ ਇੱਥੇ ਤਾਂ ਨਹੀਂ ਬੰਨ੍ਹ ਕੇ ਚਲੇ ਜਾਣਾ, ਮਾਈਕ ਹੱਥ 'ਚ ਫੜਨਾ ਨਾ। ਹੁਣ ਅਗਰ ਤੁਹਾਡਾ ਹੱਥ ਜਿਹੜਾ ਉਹ ਮੁਜੱਸਮਿਆਂ ਦੇ ਥਾਂ 'ਤੇ ਲਾਇਆ ਹੋਵੇ, ਸਮਝ ਗਏ ਹੋ ਨਾ, ਉਹ ਮੁਜੱਸਮਿਆਂ 'ਤੇ ਦੋ ਹੀ ਹੱਥ ਨੇ ਨਾ। ਅਗਰ ਸਾਫੀ ਸਾਹਿਬ, ਹੁਣ ਸਾਨੂੰ ਤਾਂ ਨਹੀਂ ਪਤਾ ਕਿੰਨੀਆਂ ਗੇਂਦਾਂ ਨੇ ਉੱਥੇ ਇਸਲਾਮਾਬਾਦ, ਲਾਹੌਰ ਦੇ ਵਿੱਚ, ਬਾਲਸ ਕਿੰਨੇ ਕੁ ਨੇ। ਹੁਣ ਅਗਰ ਹਰ ਬੰਦੇ ਨੂੰ 2-2 ਬਾਲ ਦਿੱਤੇ ਨੇ ਕਿ ਬਈ ਇਹਨਾਂ ਨਾਲ ਖੇਡੋ ਤੁਸੀਂ, ਉਹ ਖੇਡ ਰਹੇ ਨੇ ਬਾਲਸ ਦੇ ਨਾਲ, ਤਾਂ ਮਾਈਕ ਕਿੱਥੋਂ ਫੜਨਗੇ ਮੈਨੂੰ ਇਹ ਦੱਸੋ। ਮਾਈਕ ਫੜਨਗੇ ਤਾਂ ਕੰਮ ਹੋਏਗਾ ਨਾ, ਬਲਕਿ ਕਲਮ ਕਿੱਥੋਂ ਫੜਨਗੇ, ਲਿਖ ਵੀ ਨਹੀਂ ਸਕਦੇ ਵਿਚਾਰੇ। ਤਾਂ ਉਹਨਾਂ ਨੇ ਬਸ, ਔਰ ਅਗਰ ਉਹਨਾਂ ਨੇ ਗੇਂਦ ਥੱਲੇ ਸੁੱਟ ਦਿੱਤੀ ਤੇ ਫਿਰ ਸੋਚੋ, ਗੇਂਦ ਥੱਲੇ ਸੁੱਟੀ ਤੇ ਉਹ ਜ਼ਾਹਿਰ ਹੈ ਗੇਂਦ ਟੁੱਟ ਵੀ ਸਕਦੀ ਹੈ, ਟੱਪਾ ਵੱਜ ਕੇ, ਮੇਰਾ ਮਤਲਬ ਹੈ ਕਿ ਗਾਂਹ ਪਛਾਂ ਵੀ ਹੋ ਸਕਦੀ ਹੈ, ਔਰ ਗੇਂਦ ਹੀ ਗਵਾਤੀ ਤੇ ਗੇਮ ਹੀ ਖਤਮ ਹੋ ਗਈ ਸਾਰੀ ਦੀ ਸਾਰੀ। ਤੇ ਇਸ ਲਈ ਇਹ ਖੇਡ ਰਹੇ ਨੇ ਇਸ ਵੇਲੇ ਸਾਰੇ ਦੇ ਸਾਰੇ ਗੇਂਦਾਂ ਦੇ ਨਾਲ, ਉਹੀ ਮੁਜੱਸਮੇ ਵਾਲੀਆਂ ਗੇਂਦਾਂ, ਹੋਰ ਨਹੀਂ। ਹੁਣ ਤੁਸੀਂ, ਤੁਹਾਡੀ ਮਿਹਰਬਾਨੀ ਹੈ, ਹੋਰ ਕਿਸੇ ਪਾਸੇ ਨਾ ਤੁਰ ਪਿਓ। ਤੇ ਉਹ ਮੁਜੱਸਮੇ ਵਾਲੀਆਂ ਗੇਂਦਾਂ ਜਿਹੜੀਆਂ ਉਹਨਾਂ ਨਾਲ ਖੇਡ ਰਹੇ ਨੇ, ਸਹਾਫੀ ਵੀ, ਦੂਜੇ ਵੀ, ਜੱਜਾਂ ਨੂੰ ਵੀ ਫੜਾਤੀਆਂ ਨੇ 2-2 ਕਰਕੇ, ਹਰ ਇੱਕ ਨੂੰ। ਲੇਕਿਨ ਇੱਕ ਮੈਂ ਕੁਰਬਾਨ ਜਾਵਾਂ, ਚੌਧਰੀ ਸਾਹਿਬ ਨੇ ਇੱਕ ਕੰਮ ਕੀਤਾ, ਕਿਸੇ ਬੰਦੇ ਨੂੰ ਵੀ ਇਕੱਲੀ ਗੇਂਦ ਨਹੀਂ ਫੜਾਈ। ਉਹਦੀ ਵਜ੍ਹਾ ਹੈ ਕਿ ਅਗਰ ਇੱਕ ਗੇਂਦ ਫੜਾਉਣ ਤੇ ਉਹ ਇੱਕ ਹੱਥ ਨਾਲ ਗੇਂਦ ਖੇਡੀ ਜਾਏਗਾ, ਦੂਸਰੇ ਹੱਥ ਨਾਲ ਕੋਈ ਨਾ ਕੋਈ ਕਾਰਵਾਈ ਪਾ ਲਏਗਾ। ਉਹਨਾਂ ਦੋਨੋਂ ਹੱਥ ਹੀ ਮਸਰੂਫ ਕੀਤੇ ਨੇ, ਉਹਨਾਂ ਨੇ 2-2 ਗੇਂਦਾਂ ਫੜਾਈਆਂ ਨੇ। ਤੇ ਮੈਨੂੰ ਨਹੀਂ ਹੁਣ ਇਹ ਪਤਾ ਕਿ ਇੱਕ ਤੁਹਾਨੂੰ ਪਤਾ ਹੈਗਾ ਗੋਲ ਕਿਸਮ ਦੀ ਇੱਕ ਚੁਇੰਗਮ ਵੀ ਹੁੰਦੀ ਹੈ, ਮੇਰਾ ਮਤਲਬ ਹੈ ਕਿ ਉਹ ਰਾਊਂਡ ਹੁੰਦੀ ਹੈ, ਕਾਫੀ ਵੱਡੀ ਮੋਟੀ। ਪਾਕਿਸਤਾਨ ਦੇ ਵਿੱਚ ਉਹਦਾ ਨਾਮ ਪਤਾ ਨਹੀਂ ਕੀ ਹੈ, ਮੈਨੂੰ ਹੁਣ ਯਾਦ ਨਹੀਂ ਹੈ, ਪਰ ਕਾਫੀ ਉਹਦੇ ਵਿੱਚੋਂ ਉਹ ਬੜੀ ਰੰਗ ਬਰੰਗੀ ਹੁੰਦੀ ਹੈ। ਬੱਚਿਆਂ ਨੂੰ ਪਤਾ ਹੋਏਗਾ ਜਿਹੜੇ ਦੇਖ ਰਹੇ ਨੇ ਮੇਰਾ ਇਹ ਪ੍ਰੋਗਰਾਮ, ਅਗਰ ਕੋਈ ਬੱਚੇ ਦੇਖ ਰਹੇ ਨੇ, ਤੇ ਉਹ ਜਿਹੜੀਆਂ ਚੁਇੰਗਮਸ ਨੇ ਬੜੀ, ਉਹ ਵੀ ਬਾਲਸ ਤਰ੍ਹਾਂ ਦੀਆਂ ਹੁੰਦੀਆਂ ਨੇ, ਐਡੀਆਂ ਵੱਡੀਆਂ ਚੁਇੰਗਮਸ ਹੁੰਦੀਆਂ ਨੇ। ਉਹ ਹੋ ਸਕਦਾ ਹੋਵੇ ਕਿ ਹੁਣ ਤੁਸੀਂ ਕਹੋਗੇ ਕਿ ਚਲੋ ਗਿੱਲ ਸਾਹਿਬ ਇਹਨਾਂ ਦੇ ਕੋਲ ਮਾਈਕ ਫੜਨ ਨੂੰ ਤਾਂ ਬੋਲ ਤਾਂ ਸਕਦੇ ਨੇ, ਹੋ ਸਕਦਾ ਉਹਨਾਂ ਨੇ ਮਤਲਬ ਉਹ ਚੁਇੰਗਮਸ ਵੀ ਇਹਨਾਂ ਨੂੰ ਖਵਾਤੀਆਂ ਹੋਣ, ਕਿਉਂਕਿ ਇਸ ਵੇਲੇ ਕੰਮ ਸਾਰਾ ਗੇਂਦਾਂ ਦਾ ਹੀ ਚੱਲ ਰਿਹਾ ਅਤੇ ਉਹ ਚੁਇੰਗਮ ਵੀ ਗੇਂਦ ਦਾ ਮਾਤ ਉਹਨਾਂ ਨੇ ਇੱਕ ਅੱਧੀ ਉਹ ਚੁਇੰਗਮ ਵਾਲੀ ਬਾਲ ਇਹਨਾਂ ਨੂੰ ਦੇਤੀ ਹੋਵੇ ਕਿ ਉਹ ਮੂੰਹ 'ਚ ਰੱਖੋ ਅਤੇ ਚੁਇੰਗਮ ਦਬਾਓ ਅਤੇ ਚਬਾਓ ਅਤੇ ਬੋਲੋ ਨਾ। ਇਸ ਲਈ ਇਹ ਵਿਚਾਰੇ ਸਾਰੇ ਮਜਬੂਰ ਨੇ, ਇਹਨਾਂ ਦੇ ਹੱਥਾਂ 'ਚ ਵੀ ਬਾਲਸ ਨੇ, ਇਹਨਾਂ ਦੇ ਮੂੰਹ 'ਚ ਵੀ, ਮਤਲਬ ਉਹ ਚੁਇੰਗਮ ਵਾਲੀ ਗੱਲ ਮੈਂ ਕਰ ਰਿਹਾ ਬਾਲ, ਅਤੇ ਇਹ ਵਿਚਾਰੇ ਨਾ ਬੋਲ ਸਕਦੇ ਨੇ ਨਾ ਕੁਝ ਹੋਰ ਕਰ ਸਕਦੇ ਨੇ, ਪਰ ਖੇਡ ਰਹੇ ਨੇ ਬਾਲਾਂ। ਅਤੇ ਤੁਸੀਂ ਵੀ ਖੇਡਦੇ ਵੇਖੋ ਅਤੇ 205 ਰੁਪਏ ਦੀ ਚੀਨੀ ਖਰੀਦੋ। ਇਹ ਜ਼ਰਾ ਸੁਣੋ ਉਦੋਂ ਗਰੀਦਾ ਫਰੂਕੀ ਸਾਹਿਬਾ ਕੀ ਕਹਿੰਦੇ ਸਨ ਅਤੇ ਅੱਜ ਕੀ सूरत हाल है। ये वज़ीर आज़म का रिलीफ पैकेज 2 दिन तो हो गया है, अवाम को इसके समरात मतलब मिलना शुरू हो गए हैं। चीनी पर जो मैं आपसे जानना चाहती, अच्छा ये 5 किलो की है, 1 किलो चीनी कितनी 68 रुपीज 68 लेकिन चीनी तो 45 की थी। अच्छा ये जी हमें ये भाई साहब भी चीनी लेके जा रहे हैं। हाँ जी, अस्सलाम वालेकुम जी, शॉपिंग कर रहे हैं आप इधर से, कर ली है या अभी शुरू की है? अभी शुरू की है, तो ये बताएं सामान आपको मिल रहा है यहाँ से? अच्छा मिल रहा है, अच्छा सामान मिल रहा है, जबरदस्त। तो ये चीनी के 2 पैकेट आप लेके जा रहे हैं? ये 2 करोड़ पे ले जा। ਸੁਣ ਲਿਆ ਜੇ, ਉਦੋਂ 68 ਰੁਪਏ ਦੀ ਬੜੀ ਮਹਿੰਗੀ ਸੀ ਅਤੇ ਹੁਣ 205 ਦੇ ਉੱਤੇ ਨਾ ਇਹ ਬੋਲ ਰਹੇ ਨੇ, ਨਾ ਮਨਸੂਰ ਸਾਹਿਬ ਬੋਲ ਰਹੇ ਨੇ,
ਉਹ ਵੀ ਤੇਲ 1 ਰੁਪਈਆ ਮਹਿੰਗਾ ਹੁੰਦਾ ਸੀ ਤੇ ਅੱਗ ਲਾ ਲੈਂਦੇ ਸਨ ਆਪਣੇ ਆਪ ਨੂੰ ਟਵਿੱਟਰ ਦੇ ਉੱਤੇ ਆ ਕੇ ਕਿ ਬੜਾ ਜ਼ੁਲਮ ਹੋ ਗਿਆ। ਅੱਜ ਕੱਲ੍ਹ ਇਹ ਸਾਰੇ ਹੀ ਖਾਮੋਸ਼ ਨੇ ਅਤੇ ਮੈਂ ਉਹੀ ਤੁਹਾਨੂੰ ਦੱਸਿਆ ਵੀ ਮਸਰੂਫ ਨੇ। ਬਸ ਇਹਨਾਂ ਨੂੰ ਮੇਰਾ ਮਸ਼ਵਰਾ ਇਹੀ ਹੈ ਵੀ ਚਲੋ ਹੁਣ ਜਿਸ ਪਾਸੇ ਵੀ ਲੱਗੇ ਰਹਿਣਾ, ਕਿਤੇ ਕੋਈ ਗੇਂਦ ਸ਼ੇਂਦ ਥੱਲੇ ਨਾ ਸੁੱਟ ਲੈਣਾ। ਅਗਲੀ ਖਬਰ ਜਿਹੜੀ ਹੈ ਉਹ ਸ਼ਹਬਾਜ਼ ਸ਼ਰੀਫ ਸਾਹਿਬ ਨੂੰ 6 ਇੰਟਰਨੈਸ਼ਨਲ ਜ਼ੁਬਾਨਾਂ ਆਉਂਦੀਆਂ ਨੇ। ਇਹ ਸਾਨੂੰ ਮਰੀਮ ਔਰੰਗਜ਼ੇਬ ਸਾਹਿਬਾਂ ਨੇ ਦੱਸਿਆ, ਕਿਸੇ ਹੋਰ ਨੇ ਨਹੀਂ। ਅਤੇ ਉਹ ਜ਼ੁਬਾਨਾਂ ਕਿੱਡੀਆਂ ਕੁ ਸੋਹਣੀਆਂ ਬੋਲਦੇ ਨੇ, ਉਹ ਜ਼ਰਾ ਇਹ ਤੁਸੀਂ ਆਪ ਹੀ ਮੁਲਾਜ਼ਾ ਕਰ ਲਓ। शहबाज शरीफ साहब खुद 6 इंटरनेशनल लैंग्वेजेस बोलते हैं। क्या कहते हैं मंजी धले डांग मंजी धले डांग दें, मंजी धले डांग दें। इन्ना पाकिस्तान मिन शर्क़िहा इला ग़र्बिहा व मिन शुमालिहा इला जुनूबिहा। हमें इन भंबल भूसियों में ना हमें अपना उसमें उलझाया जाए। With your heart and your mind, don't no पाकिस्तान डिफॉल्ट होने जा रहा था। डिफॉल्ट को क्या कहते हैं? दिवालिया। पाकिस्तान दिवालिया होने जा रहा था। A flower is never produced without thorns. ਕਰ ਲਿਆ ਜੇ। ਪਰ ਇਹ 'ਤੇ ਮੇਰਾ ਕੋਈ ਤਜਜ਼ੀਆ ਨਹੀਂ। ਮੈਂ ਆਨਾ ਵੀ 6 ਨਾ ਭਾਵੇਂ 1 ਹੀ ਆਉਂਦੀ, ਭਾਵੇਂ ਗੁੰਗੇ ਹੀ ਹੁੰਦੇ, ਅਗਰ ਇੰਟੈਗਰਿਟੀ ਹੁੰਦੀ, ਬੰਦੇ ਦੇ ਪੁੱਤਰਾਰ ਕੰਮ ਕਰਦੇ, ਅਤੇ ਗੁੰਗੇ ਬੰਦਿਆਂ ਦੀ ਵੀ ਬੜੀ ਇੱਜ਼ਤ ਹੈ। ਇੱਥੇ 6 ਜ਼ੁਬਾਨਾਂ ਬੋਲ ਕੇ ਵੀ ਉਹ ਲੋਕਾਂ ਕੋਲੋਂ 6 ਗੁਣਾ ਬਿਜ਼ਤੀ ਵਾਪਸ ਕਰਾਉਂਦੇ ਨੇ। ਇਹੋ ਜਿਹੀ ਜ਼ੁਬਾਨਾਂ ਦਾ ਮੇਰਾ ਖਿਆਲ ਕੋਈ ਫਾਇਦਾ ਨਹੀਂ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।